हाँ जी, सत श्री अकाल जी दोस्तों, की हाल चाल ने। मैं तुहाडा अपना चीफ रिपोर्टर बलजीत सिंह लांबा, जिला गुरदासपुर तो। ते अज जिहड़ी सरकार दी शर्म धज्जियां उड़ाई जा रही आ तुसीं देख सकते हो। पहला समा देख लो कितना हो गया है, तो अज तक मैडम इत्थे पहुँचे नहीं है। आ देखो जी, अज तक दफ्तर इदा ही ओपन पिया है, तो कोई अजे तक इत्थे पहुँचे नहीं है। तफ्तीश करने तो कोई अफसर नहीं हैगा। आ तुसीं देख सकते हो, ना इत्थे कोई अधिकारी है जी ड्यूटी के उत्ते तैनात, तो ना ही कोई इत्थे देख रहा जी। अजे तक ड्यूटी तो नहीं पहुँचे, कित्थे नहीं। वो ना डिस्पेंसरियाँ चैक करते हैं, बटालियो होंगे ना साढ़े बटाली डिस्पेंसरियाँ है रस्ते च किन्होंने लगाई ड्यूटी इन्होंने? हाँ जी, किन्होंने लगाई ड्यूटी इन्होंने? उन्होंने ड्यूटी लगी दी नहीं हैगी। वो अफसर है ना चंडीगढ़, उन्होंने हदायत होंगी मैं भी उन्होंने इत्थे कदों बहिंदे ने? इत्थे हाँ जी, इत्थे कदों बैठते हैं? रोज़ ही बंदे तो फिर अज क्यों नहीं तैनात ने? नहीं टाइम डिस्पेंसरियाँ का टाइम भी 9 ਤੋਂ 3 है। हाँ, तो इत्थे पेशेंट कौन देखूगा? हाँ जी, इत्थे पेशेंट कौन देखूगा? अच्छे पेशेंट नहीं देखते हो। क्यों वो देखते? जिला अफसर है ना, तो ड्यूटी इत्थे लग रही है, डॉक्टर शोक है। ड्यूटी इत्थे ही है ना उन्होंने? हाँ जी, तो कित्थे ने इत्थों जी? अधिकारियों नाल गलबात करते हैं लागे दे ना, इन्होंने वीर होना दस्सिया कि मैडम उदा डेली जो रूटीन दे विच इत्थे चैकअप करते हैं। मैडम गैर हाज़र ने इत्थे, तो जिहड़ा कि हालांकि 9 बजे का पूरा टाइम है राइट टाइम इत्थे पहुँचण का, चाहे वो कोई भी अफसर होवे। इस चीज़ की तुहानूं भी पता कि इत्थों हाज़री लगवा के जिथे मर्जी अपनी रीचैकिंग वास्ते जा सकता। जिहड़ी सरकार की गाइडलाइनस ने वो जारी कर, ये तो नहीं है कि अपने 2 बजे आए इत्थे मैडम तो 2 बजे लगा के हाज़री जिथे मर्जी चल जाए, है ना? तुसीं भी तो आए ही हो, किन्ने बजे पहुँचे इत्थे? तुसीं किन्ने बजे इत्थे हाज़र होए हो? 8:30 इत्थे हाज़र होए हो, है ना? किहड़ी ड्यूटी ते पोस्ट ते काम कर रहे हो तुसीं? मैं अपने क्लास 4 ਦੇ ਉੱਤੇ ड्यूटी ਤੇ ਕੰਮ ਕਰ ਰਹੇ ਨੇ ਭਾਜੀ ਹੁਣੇ। ਤੁਸੀਂ ਡਿਊਟੀ ਤੇ ਮੈਡਮ ਕਿੰਨੇ ਵਜੇ ਪਹੁੰਚੇ ਹੋ? ਹਾਂਜੀ ਜਸਟ ਪਹੁੰਚੀ ਦੱਸੋ। ਹਾਂਜੀ ਹਾਂਜੀ, ਤੁਸੀਂ ਸਵੇਰ ਦਾ ਆਪਣਾ ਟਾਈਮ ਕਿੰਨੇ ਵਜੇ ਦਾ ਜੀ? 9 ਵਜੇ ਦਾ ਜੀ। ਹਾਂਜੀ, 9 ਤੇ ਵਜੇ ਤੁਸੀਂ ਹੁਣ ਕਿੰਨੇ ਵਜੇ ਪਹੁੰਚ ਰਹੇ ਹੋ? ਕਿਉਂਕਿ ਮੈਂ ਕਲਾਸ 1 ਆਫੀਸਰ ਹਾਂ। ਮੇਰੀ ਡਿਊਟੀ ਡਿਸਪੈਂਸਰੀ 34 ਮੇਰੇ ਥੱਲੇ ਕੰਮ ਕਰ ਰਹੀ ਹਾਂ। ਉਹਨਾਂ ਦੀ ਮੈਂ ਚੈਕਿੰਗ ਕਰਨੀ, ਉਹਨਾਂ ਦੀ ਮੈਂ ਹਰ ਸਹੂਲਤ ਦੇਣੀ। ਮੈਂ ਚੈਕਿੰਗ ਕਰਕੇ ਹਮੇਸ਼ਾ ਹੀ ਆਉਣੀ ਹੈ ਤੇ ਆਉਣਾ ਵੀ ਹੈ। ਅਗਰ ਕੋਈ ਰੂਲ ਹੈਗਾ ਕਿ ਅਸੀਂ ਇੱਥੇ ਬੈਠਣਾ 9 ਵਜੇ ਆ ਕੇ, ਤੇ ਸਾਨੂੰ ਕਮ ਸੇ ਕਮ ਦੱਸਿਆ ਜਾਵੇ। ਮੇਰੀ ਪੋਸਟ ਹੈਗੀ ਸਿਵਲ ਸਰਜਨ ਦੇ ਬਰਾਬਰ ਜੀ। ਮੇਰੀ ਕੋਈ ਕੋਠੀ ਹੈਗੀ ਜਿੱਥੇ ਮੈਂ ਕਿ ਰਵਾਂ, ਤੇ ਤਾਂ 9 ਵਜੇ ਮੈਂ ਹਾਜ਼ਰੀ ਆਪਣੀ ਲਗਾ ਕੇ ਇੱਥੋਂ ਜਾਵਾਂ। ਹਾਂਜੀ, ਤੇ ਮੈਨੂੰ ਕੋਈ ਸਹੂਲਤ ਦਿੱਤੀ ਗਈ, ਮੈਨੂੰ ਕੋਈ ਗੱਡੀ ਦਿੱਤੀ ਗਈ। ਇਹ ਸਰਕਾਰ ਤੋਂ ਮੰਗ ਕਰਦੇ ਹੋ ਤੁਸੀਂ ਕਿ ਗੱਡੀ ਦਿੱਤੀ ਗਈ? ਹਾਂਜੀ, ਇਹ ਸਰਕਾਰ ਤੋਂ ਮੰਗ ਕਰਦੇ ਸਰਕਾਰ ਹੋ? ਤੋਂ ਮੰਗੇ ਸਰਕਾਰ ਦੀ, ਕਿਉਂਕਿ ਅਸੀਂ ਇੱਕ ਕਲਾਸ 1 ਆਫੀਸਰ ਹਾਂ। ਬਿਲਕੁਲ। ਸਾਡੀ ਡਿਊਟੀ ਸਾਨੂੰ ਤੁਸੀਂ 34 ਡਿਸਪੈਂਸਰੀ ਦਿੱਤਾ ਡਿਸਟ੍ਰਿਕਟ ਵਿੱਚ। ਠੀਕ ਹੈ, ਉਹਨਾਂ ਪ੍ਰਤੀ ਮੇਰੀ ਡਿਊਟੀ ਨਹੀਂ, ਮੈਂ ਆਪਣੀ ਡਿਊਟੀ ਕਰ ਰਹੀ ਹਾਂ ਔਰ ਕਰਨੀ ਹੈ ਜੀ। ਔਰ ਕਰਕੇ ਮੈਂ ਆਵਾਂਗੀ। ਮੈਂ ਨਹੀਂ, ਸਿਰ 9 ਵਜੇ ਉਹ ਜਿਹੜੀ ਉਹ ਸਰਕਾਰ ਦੀ ਜਿਹੜੀ ਮੰਗ ਆ ਉਹ ਤਾਂ ਤੁਸੀਂ ਅਲੱਗ ਰੱਖੋ ਨਾ। ਇੱਥੇ ਟਾਈਮ ਨਾਲ ਡਿਊਟੀ ਤੇ ਪਹੁੰਚਣਾ ਦਾ ਕਾਰਨ ਕੀ ਆ? ਦੱਸੋ ਨਾ। ਮੇਰਾ ਕਾਰਨ ਇਹ ਹੈ ਕਿ ਮੇਰੀ ਡਿਊਟੀ ਹੈਗੀ ਹੈ ਚੈਕਿੰਗ ਕਰਨੀ। ਚੈਕਿੰਗ ਕਿੱਥੇ ਕਰਕੇ ਆਏ ਹੋ? ਮੈਂ ਚੈਕਿੰਗ ਕਰਕੇ ਸਵਾਸਥ ਕੇਂਦਰ ਬਟਾਲਾ 9 ਵਜੇ ਐਗਜ਼ੈਕਟ 9 ਵਜੇ ਸਟਾਫ ਪੂਰਾ ਮੈਨੂੰ ਹਾਜ਼ਰ ਪਾਇਆ। ਨੰਬਰ 2 ਤੇ ਮੈਂ 9:40 ਤੇ ਪਹੁੰਚੀ ਤੰਦੋਈ ਮੈਂ ਪੂਰਾ ਸਟਾਫ ਹਾਜ਼ਰ ਪਾਇਆ। ਮੈਂ ਆਪਣੀ ਲਗਾ ਕੇ ਮੈਂ ਸਿੱਧੀ ਆਈ ਤੇ ਤੁਹਾਡੇ ਫੋਨ ਜਾਣ ਤੇ ਮੈਂ ਜਲਦੀ ਆਈ, ਨਹੀਂ ਤੇ ਮੇਰੇ ਹੋਰ ਡਿਸਪੈਂਸਰੀ ਤੇ ਇੱਥੇ ਕਿਹਨੂੰ ਮਿਲ ਕੇ ਦੱਸ ਕੇ ਗਏ ਹੋ ਤੁਸੀਂ? ਤੁਹਾਡੇ ਉੱਪਰ ਵੀ ਕੋਈ ਨਹੀਂ ਜਾਣਾ ਹੁੰਦਾ। ਜੇਕਰ ਮੈਂ ਦੱਸ ਦੇ ਕੇ ਜਾਵਾਂਗੀ ਤਾਂ ਮੈਨੂੰ ਸਟਾਫ ਪੂਰਾ ਕਿਵੇਂ ਮਿਲੇਗਾ? ਤੇ ਜੇ ਇੱਥੇ ਕਿਸੇ ਦੇਗਾ ਕਿ ਮੈਡਮ ਆ ਰਹੀ ਚੈਕਿੰਗ ਤੇ ਜੀ, ਮੈਂ ਕਿਸੇ ਨੂੰ ਦੱਸ ਕੇ ਨਹੀਂ ਜਾਣਾ ਮੇਰੀ ਡਿਊਟੀ, ਮੈਂ ਚੁੱਪ ਜਾਣਾ। ਤੇ ਮੈਡਮ ਆਪਣੇ ਇੱਕ ਗੱਲ ਹੈ, ਜੇ ਇੱਥੇ ਕਿਸੇ ਅਧਿਕਾਰੀ ਜਾਂ ਕਿਸੇ ਪਰਸਨ ਨੂੰ ਲੋੜ ਪੈ ਜੇ ਤੁਹਾਡੀ, ਤੇ ਉਹ ਫਿਰ ਤੁਹਾਨੂੰ ਕਿੱਦਾਂ ਮਿਲਣ? ਉਹ ਮੈਨੂੰ ਕਿਸ ਤਰ੍ਹਾਂ ਮਿਲਣ? ਕਿਉਂਕਿ ਮੈਂ ਆਫਿਸ ਆਉਣੀ ਹੈ, ਮੈਨੂੰ ਆਫਿਸ ਵਾਲੇ ਫੋਨ ਕਰਕੇ ਕਿ ਮੈਡਮ ਐਮਰਜੈਂਸੀ ਪੈ ਗਈ, ਤੁਸੀਂ ਆ ਕੇ ਸਾਈਨ ਕਰਨੀ ਆ। ਮੈਂ ਜ਼ਰੂਰ ਆਵਾਂਗੀ, ਉਸੇ ਟਾਈਮ ਪਹੁੰਚਾਂਗੀ। ਤੁਸੀਂ ਜੇ ਬਟਾਲੇ ਚੈਕਿੰਗ ਹੋਵੇਗੀ ਤੇ ਜੇ ਐਮਰਜੈਂਸੀ ਪੈ ਗਈ ਤੇ ਕਿੰਨੇ ਵਜੇ ਪਹੁੰਚੋਗੇ ਇੱਥੇ? ਕਿੱਥੇ? ਬਟਾਲੇ ਤੋਂ ਵਿਦਿਨ 1 ਘੰਟਾ ਤਾਂ ਲੱਗਦਾ ਹੈ। 1 ਘੰਟਾ ਤਾਂ ਲੱਗਦਾ ਹੀ ਲੱਗਦਾ। ਪਰ ਮੈਨੂੰ ਦੱਸੋ ਨਾ, ਮੈਨੂੰ ਕੀ ਸਰਕਾਰ ਨੇ ਸਹੂਲਤ ਦਿੱਤੀ? ਮੈਨੂੰ ਕੋਠੀ ਦਿੱਤੀ ਹੈ? ਜੇ ਮੈਨੂੰ ਕੋਠੀ ਦਿੰਦੇ ਆ ਤੇ ਮੈਂ ਇੱਥੇ ਰਵਾਂਗੀ। ਤੇ ਮੈਡਮ ਇਹ ਸਰਫਰ ਇਹ ਤੁਸੀਂ ਧਮਕੀ ਨਾ ਦਿਓ ਕਿ ਮੈਨੂੰ ਉਹ ਚੀਜ਼ ਨਹੀਂ ਦਿੱਤੀ ਤੇ ਮੈਨੂੰ ਉਹ ਚੀਜ਼ ਨਹੀਂ ਦਿੱਤੀ, ਮੈਂ ਤਾਂ ਨਹੀਂ ਕਰ ਰਹੀ। ਹਾਂ, ਇਹ ਤੁਸੀਂ ਪਹਿਲਾਂ ਵੀ ਕਿਹਾ, ਤੁਸੀਂ ਕਿਹਾ ਕਿ ਸਰਕਾਰ ਨੇ ਮੈਨੂੰ ਗੱਡੀ ਦਿੱਤੀ ਹੈ, ਮੈਂ ਪਹੁੰਚੀ। ਮੈਂ ਮੰਗ ਰਹੀ, ਮੈਂ ਬਹੁਤ ਵਾਰੀ ਮੰਗ ਕੀਤੀ ਹੈ ਕਿ ਸਾਨੂੰ ਵੀ ਇੱਕ ਗੱਡੀ ਦਿੱਤੀ ਜਾਵੇ ਤਾਂ ਕਿ ਅਸੀਂ ਵੀ ਟਾਈਮ ਸਿਰ ਆਪਣੇ ਸਾਰੇ ਕੰਮ ਕਰ ਸਕੀਏ। ਅਸੀਂ ਬਹੁਤ ਰਿਕੁਐਸਟ ਕੀਤੀ ਔਰ ਮੈਂ ਅੱਜ ਵੀ ਕਰ ਰਹੀ ਹਾਂ। ਇਹ ਕਦੋਂ ਦੀ ਰਿਕੁਐਸਟ ਕੀਤੀ ਹੈ ਤੁਸੀਂ? ਮੈਨੂੰ 1.5 ਸਾਲ ਹੋ ਗਏ ਇੱਥੇ ਆਈ ਨੂੰ, ਮੈਂ ਮੰਗ ਕਰ ਰਹੀ ਹਾਂ। ਆਪਾਂ ਜੀ ਜਾਂ ਤਾਂ ਅੰਦਰ ਆਜੋ ਜਾਂ ਬਾਹਰ ਭਾਈ। ਤੇ ਅੱਛਾ, ਮੰਗ ਕੀਤੀ ਹੈ ਤੇ ਤੁਸੀਂ ਇਹ ਚੀਜ਼ ਦੀ ਮੰਗ ਜਦੋਂ ਕੀਤੀ ਤੁਹਾਡੀ ਅਜੇ ਤੱਕ ਕੋਈ ਸੁਣਵਾਈ ਨਹੀਂ? ਬਾਈ ਰਿਟਨ ਗਿਆ ਤੁਹਾਡੀ ਇਹ ਗੱਲ ਦੀ?
ਰਿਟਨ ਦੀ ਐਪਲੀਕੇਸ਼ਨ ਦਾ ਫਰਜ਼ ਹੈ ਕਿ ਜਿਹੜੀ ਮਾਨ ਸਰਕਾਰ ਨੇ ਜਿਹੜੀ ਆਪਣਾ ਗਾਈਡਲਾਈਨਸ ਜਾਰੀ ਕੀਤੀਆਂ ਨੇ ਨਾ, ਆਪਾਂ ਉਹਦੇ ਤਹਿਤ ਆਪਾਂ ਗੱਲਬਾਤ ਕਰ ਰਹੇ ਹਾਂ। ਆਪਾਂ ਕੋਈ ਬਿਨਾਂ ਮਤਲਬ ਤੋਂ ਕੋਈ ਗੱਲ ਨਹੀਂ ਕਰ ਰਹੇ, ਕਿਉਂਕਿ ਹਰ ਇੱਕ ਆਮ ਜਨਤਾ ਦੀ ਗੱਲ ਹੈ ਜਿਹੜੀ ਉਹ ਮਤਲਬ ਕਿ ਸੀਐਮ ਸਾਹਿਬ ਤੱਕ ਤੁਹਾਡੇ ਤੱਕ ਪਹੁੰਚਣੀ ਚਾਹੀਦੀ ਹੈ ਕਿ ਆਪਾਂ ਜਨਤਾ ਜਦੋਂ ਵੀ ਆਪਾਂ ਕੋਈ ਪਰਸਨ ਮਿਲਦਾ ਆ ਤਾਂ ਉਹ ਗੈਰ ਹਾਜ਼ਰ ਹੁੰਦਾ ਆ ਤਾਂ ਉਹ ਬੰਦਾ ਇੱਥੋਂ ਨਿਰਾਸ਼ ਹੋ ਕੇ ਨਿਕਲ ਜਾਂਦਾ ਹੈ ਹਨਾ। ਉਹ ਜਾਂ ਤੁਹਾਡਾ ਕੋਈ ਸੈੱਲ ਫੋਨ ਬੰਦ ਵੀ ਹੋ ਸਕਦਾ, ਅਨਚੈਕਿੰਗ ਦੇ ਉੱਤੇ ਤੁਸੀਂ ਉੱਥੇ ਸੈੱਲ ਫੋਨ ਬੰਦ ਵੀ ਕਰ ਸਕਦੇ ਹੋ, ਕਿਤੇ ਵੀ ਕਰ ਸਕਦੇ ਹੋ। ਕੋਈ ਇੱਥੇ ਕੋਈ ਬਹੁਤ ਐਮਰਜੈਂਸੀ ਪੈ ਗਈ ਆ ਤਾਂ ਉੱਥੇ ਕਿਸ ਬੰਦੇ ਨਾਲ ਕੰਸਲਟ ਕਰੇ, ਜਾਂ ਕਿ ਤੁਸੀਂ ਆਪਣੇ ਸੁਪਰੀਡੈਂਟ ਸਾਹਿਬ ਨੂੰ ਵੀ ਤੁਸੀਂ ਕਿਸੇ ਨਾਲ ਕੰਸਲਟ ਕਰਕੇ ਨਹੀਂ ਗਏ? ਨਹੀਂ, ਅੱਜ ਮੈਂ ਨਹੀਂ ਕੀਤਾ। ਕਿਉਂ ਮੈਂ ਨਹੀਂ ਕਰਦੀ? ਕਿਉਂਕਿ ਮੈਂ ਪਹਿਲਾਂ ਵੀ ਕਰਕੇ ਵੇਖਿਆ ਕਿ ਕਿਸੇ ਨਾ ਕਿਸੇ ਤਰੀਕੇ ਐਮਓਯੂ ਜਾਂ ਕਿਸੇ ਵੀ ਜਿਹਨੂੰ ਮੈਂ ਚੈਕਿੰਗ ਤੇ ਜਾਣਾ ਉਹਨੂੰ ਪਤਾ ਲੱਗ ਜਾਂਦਾ ਕਿ ਮੈਡਮ ਆ ਰਹੇ ਆ, ਅਗਲਾ ਅਲਰਟ ਹੋ ਜਾਂਦਾ। ਮੈਂ ਨਹੀਂ ਚਾਹੁੰਦੀ, ਮੈਂ ਇਹੋ ਜਿਹੀ ਡਿਊਟੀ ਇਮਾਨਦਾਰੀ ਡਿਊਟੀ ਚਾਹੁੰਦੀ ਆ ਕਿ ਮੈਂ ਕਿਸੇ ਨੂੰ ਨਹੀਂ ਵੀ ਚੁੱਪਚਾਪ ਮੈਂ ਇੱਥੇ ਆਉਣਾ, ਆ ਕੇ ਜਦੋਂ ਮੈਂ ਆਈ ਮੈਂ ਅਟੈਂਡੈਂਸ ਪਾਉਣੀ ਆ। ਮੈਡਮ ਇਹ ਕਿਹੜੀ ਚੁੱਪਚਾਪ ਡਿਊਟੀ ਹੋਈ ਕਿ ਜਿਹੜੀ ਤੁਸੀਂ ਆਪਦੀ ਤੁਹਾਡੀ ਫਿਰ ਆਪਸ ਵਿੱਚ ਤਾਲਮੇਲ ਨਹੀਂ ਹੈਗਾ ਸੁਪਰਡੈਂਟ ਦਾ, ਤਾਂ ਤੁਹਾਡਾ ਆਪਸ ਵਿੱਚ ਨਹੀਂ ਤਾਲਮੇਲ ਹੈਗਾ? ਤਾਲਮੇਲ ਸਾਡਾ ਪੂਰਾ, ਪਰ ਆਪੋ ਆਪਣੇ ਵੇਖੋ ਹਰ ਇੱਕ ਦਾ ਤਰੀਕਾ ਹੁੰਦਾ ਕੰਮ ਕਰਨ ਦਾ। ਮੈਡਮ ਇਹ ਤਰੀਕਾ ਕਿਹੜਾ ਹੋਇਆ ਕਿ ਹਰ ਡੇਲੀ ਦੀ ਰੂਟੀਨ ਤੁਸੀਂ ਚੈਕਿੰਗ ਕਰ ਚੱਲ ਜਾਂਦੇ? ਮੈਂ ਠੀਕ ਹੈ, ਜੇ ਤੁਸੀਂ ਕਹਿ ਰਹੇ ਮੈਂ ਜੇ ਇੱਥੇ ਗਲਤ ਆ ਵੀ ਮੈਂ ਉਹਨਾਂ ਸੁਪਰਡੈਂਟ ਨੂੰ ਨਹੀਂ ਦੱਸਿਆ, ਅੱਗੇ ਤੋਂ ਮੈਂ ਦੱਸ ਦਿਆ ਕਰਾਂਗੀ ਮੈਡਮ। ਉਹ ਠੀਕ ਆ, ਆਪਾਂ ਮੈਂ ਦੱਸ ਦਿਆ ਕਰਾਂਗੀ, ਇਹ 'ਚ ਕੋਈ ਨਹੀਂ। ਪਰ ਵੇਖੋ ਜਿਹੜੀ ਮੇਰੀ ਡਿਊਟੀ ਮੈਨੂੰ ਸੌਂਪੀ ਗਈ ਗਵਰਨਮੈਂਟ ਵੱਲੋਂ, ਮੈਂ 34 ਡਿਸਪੈਂਸਰੀ ਡਿਸਟ੍ਰਿਕਟ ਸੰਭਾਲਣਾ, ਮੈਂ ਜ਼ਰੂਰ ਸੰਭਾਲਾਂਗੀ ਔਰ ਮੈਂ ਹਰ ਕੰਮ ਦੇ ਵਿੱਚ ਸਰਕਾਰ ਦੇ ਨਾਲ ਆ। ਮੈਨੂੰ ਬਹੁਤ, ਪਰ ਮੈਂ ਆਪਣੀ ਮੰਗ ਥੋੜੀ ਜਿਹੀ ਰੱਖੀ ਆ ਕਿ ਮੈਨੂੰ ਪਲੀਜ਼ ਜੇਕਰ ਤੁਸੀਂ ਕਰ ਸਕੋ ਜਿਸ ਤਰ੍ਹਾਂ ਹੁਣ ਤੁਸੀਂ ਕਿਸ ਚੀਜ਼ ਦੇ ਉੱਤੇ ਇੱਥੇ ਪਹੁੰਚੇ ਹੋ? ਹਾਂਜੀ, ਮੈਂ ਆਪਣੀ ਗੱਡੀ ਤੇ ਪਹੁੰਚੇ ਹੋ। ਕਿੰਨੀ ਤਨਖਾਹ ਤੁਸੀਂ ਸਰਕਾਰ ਕੋਲ ਲੈ ਰਹੇ ਹੋ ਜੀ? ਹਾਂਜੀ, ਕਿੰਨੀ ਸਰਕਾਰ ਤੋਂ ਤਨਖਾਹ ਲੈ ਰਹੇ ਹੋ ਤੁਸੀਂ? 1.5 ਲੱਖ ਰੁਪਏ ਦੀ। 1.5 ਲੱਖ ਰੁਪਏ ਤਨਖਾਹ ਤੁਹਾਡੀ। ਤੇ ਇੱਕ ਗੱਲ ਤੁਸੀਂ ਸੋਚ ਕੇ ਵੇਖੀ ਹੈ ਕਦੀ ਕਿ ਜਿਹੜੇ ਬੰਦੇ ਡੀ ਕਲਾਸ ਜਾਂ 4 ਕਲਾਸ ਜਿਹੜੇ ਲੱਗੇ ਨੇ ਇੱਥੇ ਆਪਣੇ, ਉਹ ਬੰਦੇ ਜਿਹੜੇ ਡੀਸੀ ਦੀ ਆਊਟਸੋਰਸ ਜਿਹੜੀ ਕਲਾਸ ਤੁਸੀਂ ਸੁਣਿਆ ਹੀ ਹੋਣਾ, ਆਊਟਸੋਰਸ ਮੁਲਾਜ਼ਮ ਠੇਕਾ ਮੁਲਾਜ਼ਮ ਇੱਥੇ ਲੱਗੇ ਨੇ, ਉਹ ਬੰਦਿਆਂ ਦੀ ਘੱਟ ਤੋਂ ਘੱਟ 8 ਤੋਂ 9,000 ਰੁਪਏ ਦੇ ਵਿੱਚ ਤਨਖਾਹ ਆ, ਜਿਹੜੀ ਆਪਣੀ ਅਨਸਕਿਲਡ ਦੀ 7,500 ਜਾਂ 7,500-7,600 ਦੇ ਵਿੱਚ ਤਨਖਾਹ ਸ਼ੁਰੂ ਹੁੰਦੀ ਆ, ਤੇ ਹਾਈ ਸਕਿਲਡ ਜਿਹੜਾ ਆ ਉਹ 12,500 ਰੁਪਏ ਦੇ ਮੁਮਕਿਨ ਖਤਮ ਹੁੰਦਾ ਆ। ਤੇ ਤੁਸੀਂ ਸੋਚ ਕੇ ਵੇਖੋ ਕਿ ਜਿਹੜੇ ਆਪਣੇ ਠੇਕਾ ਮੁਲਾਜ਼ਮ ਜਿਹੜੇ ਨੇ ਉਹ ਜਿਹੜੇ ਕੰਮ ਕਰ ਰਹੇ, ਉਹਨਾਂ ਦਾ ਘਰ ਗੁਜ਼ਾਰਾ ਤੁਸੀਂ ਕਦੀ ਸੋਚ ਕੇ ਵੇਖਿਆ ਵਾ? ਤੇ ਤੁਸੀਂ ਅੱਜ ਇਹ ਮੰਗ ਕਰ ਰਹੇ ਹੋ ਸਰਕਾਰ ਤੋਂ ਕਿ ਸਾਨੂੰ ਆਪਣੀ ਗੱਡੀ ਨਹੀਂ ਦਿੱਤੀ ਸਰਕਾਰ ਨੇ, ਘਰ ਨਹੀਂ ਦਿੱਤਾ ਸਾਨੂੰ, ਆਪਾਂ ਕਿੱਦਾਂ ਇੱਥੇ ਪਹੁੰਚੀਏ ਹਨ? ਇਹ ਕਿਸ ਤਰੀਕੇ ਦੀ ਇਹ ਗੱਲਾਂ ਨੇ? ਇਹ ਸਰ ਮੰਗ ਦੇਖੋ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਨੰਬਰ 2 ਕੋਈ ਨਹੀਂ ਹੈ ਕਿ ਨਹੀਂ ਮੈਂ ਜੇ ਮੰਗ ਰੱਖੀ, ਮੈਂ ਆਪਣੀ ਡਿਊਟੀ ਨੂੰ ਮੱਦੇ ਨਜ਼ਰ ਰੱਖ ਕੇ ਮੇਰੇ ਨਾਲ ਸਿਵਲ ਸਰਜਨ ਆਫਿਸ ਬੈਠੇ, ਸਿਵਲ ਸਰਜਨ ਸਾਹਿਬ ਬੈਠੇ ਹੋਏ ਆ, ਉਹਨਾਂ ਕੋਲ ਹਰ ਸਹੂਲਤ ਹੈਗੀ। ਮੈਂ ਵੀ ਤੇ ਉਹਨਾਂ ਦੇ ਬਰਾਬਰ ਦੀ ਪੋਸਟ ਤੇ ਬੈਠੀ ਹੋਈ ਹਾਂ ਨਾ, ਮੈਂ ਇਸ ਕਰਕੇ ਜੇ ਲਿਆਂਦੀ ਹੈ ਤੁਸੀਂ ਕਿ ਸਰਕਾਰ ਤੋਂ ਸੀਐਮ ਸਾਹਿਬ ਤੋਂ ਇਹ ਮੰਗ ਕੀਤੀ ਹੈਗੀ ਆ ਮੈਡਮ ਸੁਖਮਿੰਦਰ ਕੌਰ ਨੇ ਕਿ ਆਪਾਂ ਕੋਲੇ ਗੱਡੀ ਨਹੀਂ ਹੈਗੀ, ਘਰ ਨਹੀਂ ਹੈਗਾ ਜਿੱਥੇ ਰਹਿਣ ਵਾਸਤੇ ਸਰਕਾਰੀ, ਜਿੱਥੇ ਜਿਹੜੀਆਂ ਸਰਕਾਰੀ ਸਹੂਲਤਾਂ ਨੇ ਇਹਨਾਂ ਵੱਲੋਂ ਇਹ ਚੀਜ਼ ਤੇ ਸਰਕਾਰ ਵੱਲੋਂ ਦੋਸ਼ ਲਾਏ ਗਏ ਨੇ ਕਿ ਸਾਡੇ ਕੋਲ ਇਹ ਚੀਜ਼ਾਂ ਨਹੀਂ ਹੈਗੀਆਂ, ਆਪਾਂ ਐਟ ਪ੍ਰੈਜ਼ੈਂਟ ਆਪਾਂ 9 ਵਜੇ ਕਿੱਦਾਂ ਪਹੁੰਚੀਏ। ਤੇ ਇਹ ਚੀਜ਼ ਦੀ ਸੁਖਮਿੰਦਰ ਸਿੰਘ ਨਾਲ ਗੱਲਬਾਤ ਕਰਦਿਆਂ ਇਹਨਾਂ ਨੇ ਦੱਸਿਆ ਵਾ ਕਿ ਸਾਡੇ ਕੋਲ ਪ੍ਰੂਫ ਸਮੇਤ ਮੈਂ ਜਿਹੜੀ ਸਰਕਾਰ ਨੂੰ ਚਿੱਠੀ ਮੈਂ ਭੇਜਿਆ ਕਿ ਸਾਨੂੰ ਸਰਕਾਰੀ ਗੱਡੀ ਅਲਾਟ ਕਰਾਈ ਜਾਵੇ, ਤੇ ਉਹਦੀ ਚਿੱਠੀ ਮੈਂ ਦਿਖਾ ਦੇਣਾ ਮੈਡਮ ਉਹਨਾਂ ਨੂੰ। ਦਿਖਾਓ ਮੈਡਮ। ਅੱਛਾ ਸਰ, ਇਹ ਹੈ ਕਿ ਅਸੀਂ ਦੇਖੋ ਪਹਿਲਾਂ ਵੀ ਮੰਗ ਕਰਦੇ ਸੀ ਔਰ ਅੱਜ ਵੀ ਅਸੀਂ, ਹੁਣ ਨਵੀਂ ਸਰਕਾਰ ਆਈ ਆ, ਅਸੀਂ ਇਹਨਾਂ ਦੇ ਅੱਗੇ ਰਿਕੁਐਸਟ, ਮੈਂ ਖੁਦ ਆਪਣੇ ਮਿਲ ਕੇ ਵੀ ਆਈ ਹੋਈ ਆ, ਆਪਣੇ ਕਲਸੀ ਸਾਹਿਬ ਨੂੰ ਮਿਲ ਕੇ ਆਈ ਆ, ਸ਼੍ਰੀ ਕਲਸੀ ਨੂੰ ਮਿਲ ਕੇ ਆਈ ਆ ਕਿ ਸਰ ਸਾਨੂੰ ਸਾਡੀ ਗੱਡੀ ਦੀ ਵੀ ਸਹੂਲਤ ਦਿੱਤੀ ਜਾਵੇ ਤਾਂ ਕਿ ਅਸੀਂ ਵੀ ਆਪਣੇ ਟਾਈਮ ਸਿਰ ਕਿਸੇ ਵੀ ਪਾਸੇ ਜਾਈਏ। ਦੇਖੋ ਅਸੀਂ ਡਿਊਟੀ ਆਪਣੀ ਕਰ ਰਹੇ ਇਮਾਨਦਾਰੀ ਨਾਲ, ਹਾਂਜੀ, ਔਰ ਕਰਨੀ ਵੀ ਹੈ ਜਿੰਨਾ ਟਾਈਮ ਵੀ ਹੈ ਡਿਊਟੀ ਜਿਹੜੀ ਆਪਾਂ। ਤੇ ਇਹ ਮੈਡਮ ਇਮਾਨਦਾਰੀ ਕਿਹੜੀ ਹੋਏਗੀ ਕਿ ਜਿਹੜੀ ਕਿ ਡੇਲੀ ਦੀ ਰੂਟੀਨ ਦੇ ਵਿੱਚ ਚੈਕਿੰਗ ਕਰ ਰਹੇ ਹੋ ਤੁਸੀਂ? ਡੇਲੀ ਦੀ ਰੂਟੀਨ 'ਚ ਚੈਕਿੰਗ ਕਰ ਰਹੇ ਹੋ? ਨਹੀਂ, ਡੇਲੀ ਨਹੀਂ। ਕਿੰਨੇ ਵਜੇ? ਹਾਂਜੀ, ਜਿਸ ਦਿਨ ਮੈਨੂੰ ਪਤਾ ਕਿ ਮੈਂ ਆਪਣੀ ਡਿਸਪੈਂਸਰੀ ਕਿਹੜੀ ਚੈੱਕ ਕਰਨੀ ਹੈ, ਕਿਉਂਕਿ ਮੈਨੂੰ ਕਿਸੇ ਦੀ ਸ਼ਿਕਾਇਤ ਆਉਂਦੀ ਆ ਜਾਂ ਕਿਸ ਤਰ੍ਹਾਂ ਮੈਨੂੰ ਆਪ, ਕਿਉਂਕਿ ਮੇਰੀ ਡਿਸਪੈਂਸਰੀ ਵਿੱਚ ਵੀ ਸਹੂਲਤਾਂ ਪੂਰੀਆਂ ਨਹੀਂ ਹਨ। ਮੈਨੂੰ ਕਿਸੇ ਵੀ ਡਾਕਟਰ ਦਾ ਫੋਨ ਆਉਂਦਾ ਕਿ ਮੈਡਮ ਆ ਕੇ ਵੇਖੋ ਸਾਡੀ ਕੀ ਹਾਲਾਤ ਹੈ, ਅਸੀਂ ਕਿੱਥੇ ਬੈਠੀਏ, ਸਾਡੇ ਕੋਲ ਈਵਨ ਫਰਨੀਚਰ ਤੱਕ ਨਹੀਂ ਹੈਗਾ। ਤੇ ਦੇਖੋ ਜੇ ਮੈਨੂੰ ਕੋਈ ਕਹਿ ਰਿਹਾ ਮੇਰਾ ਇੱਕ ਆਫਿਸਰ ਨਾਤੇ ਬਣਦਾ ਕਿ ਮੈਂ ਜਾਵਾਂ ਉਹਨਾਂ ਕੋਲ, ਵੇਖਾਂ, ਵੇਖ ਕੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਮੁਹੱਈਆ ਵੀ ਕਰਾਉਣੀ। ਮੈਂ ਖੁਦ ਆਪਣੇ ਕੋਲੋਂ ਮੈਡੀਸਿਨ ਖਰੀਦ ਕੇ ਦੇ ਰਹੀ ਹਾਂ ਡਿਸਪੈਂਸਰੀ ਵਿੱਚ, ਕਿਉਂ ਕਿ ਮੇਰਾ ਕੰਮ ਚੱਲੇ। ਫਿਰ ਜੇ ਮੈਨੂੰ ਕਿਸੇ ਸਟਾਫ ਨੂੰ ਲੋੜ ਹੈ, ਕੁਰਸੀ ਦੀ ਲੋੜ ਹੈ, ਟੇਬਲ ਦੀ ਲੋੜ, ਮੈਂ ਖੁਦ ਦੇ ਰਹੀ ਹਾਂ ਕਿ ਲਓ ਤੁਸੀਂ ਬੈਠੋ। ਇਸ ਵਾਸਤੇ ਜ਼ਿੰਮੇਵਾਰੀ ਜਿਹੜੀ ਮੈਂ ਆਪਣੀ ਪੂਰੀ ਤਨਦੇਹੀ ਨਾਲ ਨਿਭਾ ਰਹੀ ਹਾਂ ਔਰ ਨਿਭਾਵਾਂਗੀ ਵੀ। ਅੱਜ ਵੀ ਜੇ ਮੈਂ ਆਪਣੀ 2 ਤਰ੍ਹਾਂ ਤੇ ਡਿਸਪੈਂਸਰੀ ਚੈੱਕ ਕਰਕੇ ਇਹ ਮੈਂ ਸਾਰੇ ਇਸ ਨੂੰ ਮੱਦੇ ਨਜ਼ਰ ਰੱਖਣਾ। ਮੇਰੇ ਲੈਟਰਸ ਆਉਂਦੀਆਂ, ਮੈਂ ਲੈਟਰ ਸਾਈਨ ਵੀ ਕਰਨੀਆਂ ਨੇ ਔਰ ਮੈਂ ਆ ਕੇ ਇੱਥੇ ਸਾਈਨ ਕਰਕੇ ਵੀ ਜਾਂਦੀ ਹਾਂ। ਕਿਸੇ ਵਕਤ ਮੈਂ ਇੱਥੋਂ 2-2.5 ਵਜੇ ਜਾਂਦੀ ਕਿ ਮੈਂ ਅਚਨਚੇਤ ਚੈਕਿੰਗ ਕਰਾਂ, ਜਿਵੇਂ ਤੁਸੀਂ ਅੱਜ ਮੇਰੀ ਚੈਕਿੰਗ ਕਰ ਰਹੇ, ਇਸੇ ਤਰ੍ਹਾਂ ਮੈਂ ਵੀ ਜਾਂਦੀ ਹਾਂ। ਇਹ ਮੇਰੀ ਡਿਊਟੀ ਆ।
ਤੇ ਇਹ ਮੈਡਮ ਦੇਖੋ ਆਪਾਂ ਦਾ ਫਰਜ਼ ਹੈ ਕਿ ਜਿਹੜੀ ਮਾਨ ਸਰਕਾਰ ਨੇ ਜਿਹੜੀ ਆਪਣੇ ਗਾਈਡਲਾਈਨਸ ਜਾਰੀ ਕੀਤੀਆਂ ਨੇ ਨਾ, ਆਪਾਂ ਉਹਦੇ ਤਹਿਤ ਆਪਾਂ ਗੱਲਬਾਤ ਕਰ ਰਹੇ ਹਾਂ। ਆਪਾਂ ਕੋਈ ਬਿਨਾਂ ਮਤਲਬ ਤੋਂ ਕੋਈ ਗੱਲ ਨਹੀਂ ਕਰ ਰਹੇ, ਕਿਉਂਕਿ ਹਰ ਇੱਕ ਆਮ ਜਨਤਾ ਦੀ ਗੱਲ ਹੈ ਜਿਹੜੀ ਉਹ ਮਤਲਬ ਕਿ ਸੀਐਮ ਸਾਹਿਬ ਤੱਕ ਤੁਹਾਡੇ ਤੱਕ ਪਹੁੰਚਣੀ ਚਾਹੀਦੀ ਹੈ ਕਿ ਆਪਾਂ ਜਨਤਾ ਜਦੋਂ ਵੀ ਆਪਾਂ ਕੋਈ ਪਰਸਨ ਮਿਲਦਾ ਆ ਤਾਂ ਉਹ ਗੈਰ ਹਾਜ਼ਰ ਹੁੰਦਾ ਆ ਤਾਂ ਉਹ ਬੰਦਾ ਇੱਥੋਂ ਨਿਰਾਸ਼ ਹੋ ਕੇ ਨਿਕਲ ਜਾਂਦਾ ਆ, ਹਨਾ। ਉਹ ਜਾਂ ਤੁਹਾਡਾ ਕੋਈ ਸੈੱਲ ਫੋਨ ਬੰਦ ਵੀ ਹੋ ਸਕਦਾ, ਅਨਚੈਕਿੰਗ ਦੇ ਉੱਤੇ ਤੁਸੀਂ ਉੱਥੇ ਸੈੱਲ ਫੋਨ ਬੰਦ ਵੀ ਕਰ ਸਕਦੇ ਹੋ, ਕਿਤੇ ਵੀ ਕਰ ਸਕਦੇ ਹੋ। ਕੋਈ ਇੱਥੇ ਕੋਈ ਬਹੁਤ ਐਮਰਜੈਂਸੀ ਪੈ ਗਈ ਆ ਤਾਂ ਉੱਥੇ ਕਿਸ ਬੰਦੇ ਨਾਲ ਕੰਸਲਟ ਕਰੇ, ਜਾਂ ਕਿ ਤੁਸੀਂ ਆਪਣੇ ਸੁਪਰੀਡੈਂਟ ਸਾਹਿਬ ਨੂੰ ਵੀ ਤੁਸੀਂ ਕਿਸੇ ਨਾਲ ਕੰਸਲਟ ਕਰਕੇ ਨਹੀਂ ਗਏ? ਨਹੀਂ, ਮੈਨੂੰ ਇਸ ਕੁਰਸੀ ਦੇ 1.5 ਸਾਲ ਹੋ ਗਿਆ, ਮੈਂ ਆਪਣੀ ਗੱਡੀ ਤੇ ਆ ਰਹੀ ਹਾਂ, ਪਰ ਮੈਂ ਇੱਕ ਸਿਰਫ ਮੰਗ ਰੱਖੀ ਹੈ ਕਿ ਸਾਨੂੰ ਮੈਂ ਕੋਈ ਕਿਸੇ ਨਾਲ ਕੋਈ ਮੇਰੀ ਜ਼ਬਰਦਸਤੀ ਨਹੀਂ ਹੈ, ਨਹੀਂ ਮਿਲੇਗੀ ਤਾਂ ਵੀ ਮੈਂ ਤਾਂ ਆਉਣਾ ਹੀ ਆਉਣਾ, ਆਪਣੀ ਡਿਊਟੀ ਮੈਂ ਕਰਨੀ ਹੈ। ਉਹ ਚੀਜ਼ ਮੈਂ ਡਿਸਪੈਂਸਰੀ ਚੈੱਕ ਕਰ ਰਹੀ ਹਾਂ, ਕਰਾਂਗੀ ਵੀ ਮੈਂ। ਹੁਣ ਮੇਰੇ 30 ਤਰੀਕ ਤੋਂ ਲਗਾਤਾਰ ਕੈਂਪ ਲੱਗ ਰਹੇ ਨੇ, 4 ਕੈਂਪ ਮੇਰੇ ਲੱਗ ਚੁੱਕੇ ਨੇ, ਫ੍ਰੀ ਮੈਡੀਕਲ ਕੈਂਪ ਲੱਗ ਚੁੱਕੇ ਨੇ। ਹਾਂਜੀ, ਉੱਥੇ ਬੈਲ ਸਾਹਿਬ ਵੀ ਆਏ ਆ, ਇੱਥੇ ਆਪਣੇ ਬਟਾਲੇ ਲੱਗਾ ਸੈਟਰਡੇ ਨੂੰ, ਸ਼ਨੀਵਾਰ ਆਇਆ। ਉਹ ਕਿ ਮੈਂ ਆਪਣੀ ਜ਼ਿੰਮੇਵਾਰੀ ਨਾਲ ਹਰ ਚੀਜ਼ ਮਤਲਬ ਮੈਂ ਪ੍ਰੋਵਾਈਡ ਕਰ ਰਹੀ ਹਾਂ। ਇਹ ਨਹੀਂ ਕਿ ਮੈਨੂੰ ਕਿਸੇ ਦਾ ਗੁੱਸਾ, ਬਿਲਕੁਲ ਨਹੀਂ। ਮੈਨੂੰ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਆ ਔਰ ਮੈਨੂੰ ਸੈਟਿਸਫੈਕਸ਼ਨ ਹੈ, ਪਰ ਮੈਂ ਇੱਕ ਜੈਨੂਇਨ ਚੀਜ਼ ਰੱਖੀ ਆ ਕਿ ਮੈਨੂੰ ਕਹਿੰਦੇ ਹੁਣ ਤੁਸੀਂ 9 ਵਜੇ ਮੈਂ ਇੱਥੇ ਪਹੁੰਚਦੀ ਹਾਂ। ਜਦੋਂ ਮੈਂ ਪਹੁੰਚਣਾ, ਦੇਖੋ ਮੈਂ ਨਹੀਂ ਕਿਤੇ ਚੈਕਿੰਗ ਤੇ ਗਈ, ਮੈਂ 9 ਵਜੇ ਪਹੁੰਚਦੀ ਵੀ ਹਾਂ ਔਰ ਪਹੁੰਚਾਂਗੀ ਵੀ, ਪਰ ਜਦੋਂ ਮੈਂ ਜਾਣਾ ਹੈ ਫਿਰ ਆ ਕੇ ਅਟੈਂਡੈਂਸ ਲਗਾਵਾਂਗੀ ਨਾ। ਤੁਸੀਂ ਦੇਖੋ ਤੇ ਮਨੀ ਕਿਉਂਕਿ ਹਰ ਇੱਕ ਸਰਕਾਰ ਤੇ ਹਰ ਇੱਕ ਮਹਿਕਮੇ ਦਾ ਸਿਸਟਮੈਟਿਕਲ ਉਹਨਾਂ ਨੇ ਇੱਕ ਮਿਥਿਆ ਗਿਆ ਵਾ ਕਿ ਜਿਹੜੀਆਂ ਹਰ ਇੱਕ ਦੀ ਸਿਸਟਮ ਇੱਕ ਹੀ ਆ, ਹਨਾ। ਕਿ ਤੁਸੀਂ ਆਏ ਹੋ ਹਨਾ ਇੱਥੇ ਡਿਊਟੀ ਤੇ, ਚਲੋ ਆਪਾਂ ਨੂੰ ਬਟਾਲੇ ਜਾਣਾ ਪਿਆ ਜਾਂ ਕਿਤੇ ਆਪਣੇ ਕਿੰਨੀਆਂ ਆਪਣੇ ਡਿਸਪੈਂਸਰੀਆਂ ਨੇ ਪੂਰੇ ਜ਼ਿਲ੍ਹੇ ਦੇ ਵਿੱਚ? 34 ਡਿਸਪੈਂਸਰੀਆਂ ਹਨ, 2 ਜਿਹੜੇ ਆਪਣੇ ਸਵਾਸ ਕੇਂਦਰ ਆ ਤੁਹਾਡੇ, ਹਨਾ। ਤੇ ਤੁਸੀਂ ਕਿਤੇ ਵੀ ਨਿਕਲਦੇ ਹੋ ਤੇ ਪਰ ਇੱਕ ਗੱਲ ਦੀ ਜ਼ਰੂਰ ਇਹ ਚੀਜ਼ ਤੇ ਤੁਹਾਨੂੰ ਇਹ ਦੇਖਣਾ ਪਊਗਾ ਕਿ ਆਪਾਂ ਜੇ ਮੰਨ ਲਓ ਉੱਥੇ ਚੈਕਿੰਗ ਕਰਨ ਵਾਸਤੇ ਚੱਲ ਗਏ ਤੇ ਹਾਜ਼ਰੀਆਂ ਫਿਰ 4-5 ਦਿਨ ਦੀਆਂ ਤੁਸੀਂ ਐਦਾਂ ਹੀ ਦੁਬਾਰਾ ਆ ਕੇ ਲਗਾਉਂਦੇ ਹੋਗੇ? 4-5 ਦਿਨ ਮੈਂ ਜਾਂਦੀ ਨਹੀਂ। ਮੈਂ ਇੱਥੋਂ ਮੈਂ ਜੇ ਡਿਸਪੈਂਸਰੀ ਚੈੱਕ ਕਰਨ ਗਈ ਤੇ ਮੈਂ ਆਉਣਾ ਹੀ ਆਉਣਾ। ਇਹ ਨਹੀਂ ਕਿ ਮੈਂ ਨਹੀਂ ਆਉਣਾ ਆਫਿਸ, ਕਿਉਂਕਿ ਮੇਰੀ 5 ਵਜੇ ਤੱਕ ਡਿਊਟੀ ਹੈ, ਠੀਕ ਹੈ ਨਾ। ਉਹ 3 ਵਜੇ ਤੱਕ ਹੈ ਡਿਸਪੈਂਸਰੀ, 3 ਵਜੇ ਤੱਕ ਹੈ। 3 ਵਜੇ ਤੱਕ ਮੈਂ ਚੈਕਿੰਗ ਕਰਕੇ ਮੈਂ ਸਿੱਧੀ ਇੱਥੇ ਆਉਣੀ ਹੈ। ਕਿੰਨੀਆਂ ਡਿਸਪੈਂਸਰੀਆਂ ਹੁਣ ਤੁਸੀਂ ਚੈੱਕ ਕਰਕੇ? 2 ਡਿਸਪੈਂਸਰੀ ਚੈੱਕ ਕਰਕੇ ਆਏ ਹੋ। ਇਹ ਕਿਹੜੀ ਦੱਸਿਆ ਸੀਗਾ ਆਪਣਾ? ਇੱਕ ਤੰਦੋਈ ਹਾਂਜੀ, ਤੇ ਇੱਕ ਆਪਣੇ ਬਟਾਲਾ। ਠੀਕ ਹੈ ਜੀ, ਉਹਦੀ ਤੁਸੀਂ ਰਿਕਾਰਡ ਮੈਨੂੰ ਦੇ ਦਿਓ, ਆਪਾਂ ਉਹਦੇ ਨਾਲ ਗੱਲਬਾਤ ਕਰ ਲੈਣੇ। ਤੇ ਜਿਹੜੀ ਹੋਰ ਜਿਹੜੀ ਇਹ ਚੀਜ਼ ਦੀਆਂ ਆਪਾਂ ਧੱਜੀਆਂ ਨਾ ਉਡਾਈਏ ਮਾਨ ਸਰਕਾਰ ਦੀਆਂ, ਕਿਉਂਕਿ ਆਪਾਂ ਨੂੰ ਸਰਕਾਰ ਨਾਲ ਕੰਸਲਟ ਕਰਨਾ ਆ। ਆਪਾਂ ਨਾ ਕਿ ਜੇ ਅਸੀਂ ਹੀ ਅਫਸਰ ਆਪਣੇ ਲੋਕ ਦੇ ਉੱਤੇ ਆਪਣੀ ਗੱਲਾਂ ਦੇ ਉੱਤੇ ਸਰਕਾਰ ਦੇ ਨਾਲ ਨਹੀਂ ਚੱਲਾਂਗੇ, ਹਨਾ, ਤੇ ਆਪਾਂ ਹੀ ਮਤਲਬ ਕਿ ਰੂਲ ਨੂੰ ਅਨਰੂਲ ਕਰਾਂਗੇ ਤੇ ਫਿਰ ਸਾਡਾ ਕਿਤੇ ਫਰਜ਼ ਨਹੀਂ ਬਣਦਾ ਕਿ ਆਪਾਂ ਆਪਣੀ ਡਿਊਟੀ ਕਰ ਲਈਏ। ਰੂਲ ਨਹੀਂ ਕਰ ਰਹੀ, ਮੈਂ ਸਹਿਮਤ ਆ। ਅਸੀਂ ਆਪ ਨੂੰ ਪਾਉਣ ਵਾਲੇ ਵੋਟਸ ਆ, ਅਸੀਂ ਉਹਨਾਂ ਦੇ ਅਸੀਂ ਸੀਐਮ ਸਾਹਿਬ ਦੇ ਇੰਨੇ ਧੰਨਵਾਦੀ ਆ ਕਿ ਜੇਕਰ ਅਸੀਂ ਆ ਰਹੇ ਸੀ ਇਮਾਨਦਾਰੀ ਨਾਲ ਡਿਊਟੀ ਤੇ ਸਾਰੇ ਹੀ ਆ ਰਹੇ ਹੁਣ, ਕਿਉਂਕਿ ਉਹਨਾਂ ਦੀ ਸਰਕਾਰ, ਠੀਕ ਹੈ ਨਾ। ਅਸੀਂ ਬਿਲਕੁਲ ਜੇ ਸਾਨੂੰ ਕੋਈ ਚੀਜ਼ ਦੇਖੋ, ਤੁਸੀਂ ਕਿੰਨੇ ਡਾਕਟਰ ਨੇ ਸੁਸਾਈਡ ਕਰ ਲਿਆ, ਕਿਹਦੇ ਕਰ ਲਿਆ ਹੈ ਨਾ, ਉਹ ਸਾਨੂੰ ਵੀ ਦੁੱਖ ਹੁੰਦਾ ਕਿ ਕਿਉਂ ਕੀਤਾ। ਕਮ ਸੇ ਕਮ ਸਾਡੀ ਤਾਂ ਅੱਗੇ ਗੱਲ ਰੱਖਦੇ, ਜੇ ਉਹਨਾਂ ਨੂੰ ਕੋਈ ਪ੍ਰੋਬਲਮ ਸੀ ਸੁਸਾਈਡ ਕਰਨ ਤੋਂ ਪਹਿਲਾਂ ਗੱਲ ਤਾਂ ਕਰ ਲੈਂਦੇ ਇੱਕ ਵਾਰੀ, ਕਿਉਂ ਸੁਸਾਈਡ ਕੀਤਾ। ਇਸ ਕਰਕੇ ਜੇ ਮੈਂ ਹਜਾ ਸੁਸਾਈਡ ਕਰ ਲਾ ਕੇ ਮੇਰੀ ਪ੍ਰੈਸ ਵਾਲੇ ਆਏ ਆ, ਮੇਰੀ ਕਿੰਨੀ ਵੱਡੀ ਗਲਤੀ ਹੋਈ, ਮੈਂ ਬੇਵਕੂਫੀ ਹੈ ਨਾ ਮੇਰੀ। ਮੈਂ ਕਮ ਸੇ ਕਮ ਤੁਹਾਡੇ ਅੱਗੇ ਗੱਲ ਤਾਂ ਆਪਣੀ ਰੱਖੀ। ਠੀਕ ਹੈ, ਰੱਖਣੀ। ਕਿਤੇ ਕਰਮਚਾਰੀ ਮੈਂ ਸਵੇਰ ਦਾ ਇੱਥੇ ਪਹੁੰਚਿਆ ਤੇ ਇਹਨਾਂ ਦੇ ਜਿਹੜੇ ਟਾਈਮਲਾਈਨ ਮੈਂ ਜਾਰੀ ਕਰ ਰਿਹਾ ਤੇ ਹਰ ਇੱਕ ਡਿਊਟੀ ਅਫਸਰ ਆਪਣੀ ਡਿਊਟੀ ਨਿਭਾ ਰਿਹਾ ਹੈ ਅੱਛੇ ਤਰੀਕੇ ਦੇ ਨਾਲ। ਤੇ ਇਹਨਾਂ ਦੇ ਚਲੋ ਅਫਸਰ ਨੇ, ਠੀਕ ਆ ਯਾਰ, ਸਾਡਾ ਜਿਹੜਾ ਕੰਮ ਆ ਲੋਕਾਂ ਦੀ ਜਨਤਾ ਦੀ ਜਿਹੜੀ ਆਵਾਜ਼ ਆ ਉਹ ਚੁੱਕ ਕੇ ਉੱਤੇ ਰੱਖਣੀ। ਇਹ ਨਹੀਂ ਕਿ ਹਰ ਕੋਈ ਬੰਦਾ ਇੱਥੇ ਬੇਕਾਬੂ ਹੋ ਕੇ ਚੱਲਦਾ ਰਹੇ, ਠੀਕ ਹੈ ਜੀ। ਕੈਮਰਾਮੈਨ ਦੇ ਨਾਲ ਬਲਜੀਤ ਸਿੰਘ ਲੰਮ ਦੀ ਰਿਪੋਰਟ, ਗੁਰਦਾਸਪੁਰ।